ਲਓ ਜੀ, ਫਿਰ ਅੱਜ ਆਪਣੇ ਨਵੇਂ ਸਫ਼ਰ ਦੀ ਹੋ ਗਈ ਹੈ ਸ਼ੁਰੂਆਤ ਤੇ ਵਾਹਿਗੁਰੂ ਨੇ ਸੁਣੀ ਹੈ, ਦਾਤ ਬਖਸ਼ੀ ਹੈ ਕੁਛ ਦੇਸ਼ਾਂ ਦੇ ਵਿਜੇ ਦੀ। ਤੇ ਆਪਾਂ ਹੁਣ ਜਾ ਰਹੇ ਹਾਂ ਦਿੱਲੀ 에ਅਰਪੋਰਟ ਨੂੰ, ਆਪਣੀ 2 ਵਜੇ ਦੀ ਅੱਜ ਫਲਾਈਟ। ਤੇ ਮਿਸਟਰ ਮੇਰੇ ਬ੍ਰਦਰ ਰਿਸ਼ਪਾਲ ਅਰੋੜਾ ਭਾਜੀ ਛੱਡ ਕੇ ਆ ਰਹੇ ਨੇ 에ਅਰਪੋਰਟ ਤੇ ਨਾਲ ਜਾ ਰਹੇ ਨੇ ਆਪਣੇ ਅਮਰਵੀਰ ਅਮਰ। ਤੇ ਬਾਕੀ ਚਲੋ ਮਿਲਦੇ ਆ ਅੱਗੇ ਢਾਬੇ ਤੇ ਕਰਦੇ ਰਹਾਂਗੇ ਗੱਲਾਂ ਰਸਤੇ 'ਚ। ਆਹ ਨਹੀਂ ਮਿਲਣੀ ਜਾ ਕੇ ਉੱਥੇ, ਆ ਚਾਹ ਦੀ ਬੜੀ ਮੈਨੂੰ ਫਿਕਰ ਹੈ, ਉੱਥੇ ਜਾ ਕੇ ਮਿਲਣੀ ਨਹੀਂ ਹੈਗੀ। 200-250 ग्राम कट्ठे ले लो। मैं तो कल थोड़ा तबीयत ठीक नहीं चला गया मैं, तो आज मैं बाहर हूँ। वही तो है मिल जाएगी वही 45। 에ਅਰਪੋਰਟ ਤੇ ਆਉਂਦੇ ਹੀ ਪੁਰਾਣਾ ਸੱਜਣ ਮਿਲ ਗਿਆ ਮੈਨੂੰ, ਮੇਰਾ ਕਲਾਸਮੇਟ। ਹਾਏ ਹਾਏ, ਗਗਨ ਚੈਂਪ। ਬਿਜ਼ਨਸ ਕਲਾਸ ਦੇ ਵਿੱਚ ਜਾ ਕੇ ਐਂਟਰੀ ਕਰਵਾਤੀ ਬੋਰਡਿੰਗ ਦੀ। उसको ऊपर करके ऊपर डॉक्टर के पास अपना कर ले। ਬਾਕੀ ਇਮੀਗ੍ਰੇਸ਼ਨ ਕਰਦੇ ਹਾਂ, ਉਸ ਤੋਂ ਬਾਅਦ ਮਿਲਦੇ ਹਾਂ। ਗਗਨ ਚੈਂਪ ਜੋ ਮੇਰਾ ਕਲਾਸਮੇਟ ਆ, ਬਹੁਤ ਪੁਰਾਣਾ, ਤੇ ਇਸ ਨੇ ਮੇਰੀ ਬਿਜ਼ਨਸ ਲਾਈਨ ਦੇ ਵਿੱਚ ਬੋਰਡਿੰਗ ਕਰਵਾਤੀ, 1 ਸੈਕਿੰਡ ਨਹੀਂ ਖੜਨ ਦਿੱਤਾ। ਥੈਂਕ ਯੂ ਸੋ ਮਚ ਗਗਨ। वेलकम पवित्र भाई, इन्ना नहीं कर सकते जो फिर भी करांगे यार। ਮੈਨੂੰ ਬਹੁਤ ਸਰਪ੍ਰਾਈਜ਼ ਆ, ਮੈਂ ਸੋਚ ਰਿਹਾ ਸੀ ਕਿ ਮੈਨੂੰ ਪਤਾ ਨਹੀਂ 에ਅਰਪੋਰਟ ਤੇ ਮਿਲੇਗਾ ਕਿ ਨਹੀਂ ਮਿਲੇਗਾ, ਬਟ ਪੁਰਾਣੇ ਖੁੰਡ ਮਿਲ ਜਾਂਦੇ ਆ। दूरों पहचान के हुए ਤੇ ਦੂਰੀ ਪਛਾਣ ਲਿਆ, ਪਿੱਛੇ ਆਉਂਦਾ ਪਵਿੱਤਰ। ਮੈਂ ਕਿਹਾ 에ਅਰਪੋਰਟ ਦੇ ਅੰਦਰ ਤੁਹਾਨੂੰ ਕਿਹੜਾ ਆਵਾਜ਼ ਮਾਰਨ ਵਾਲਾ ਆ ਗਿਆ। ਜਦੋਂ ਦਿਲਾਂ ਨੂੰ ਮਿਲਣ ਦੀ ਰਾਹ ਹੁੰਦੀ ਹੈ ਤਾਂ ਮਿਲ ਹੀ ਜਾਂਦਾ ਕੋਈ ਨਾ ਕੋਈ। ਥੈਂਕ ਯੂ ਗਗਨ ਫॉर एवरीथिंग। वेलकम। ਬਾਕੀ ਮੇਰੀ ਬੋਰਡਿੰਗ ਹੋ ਗਈ ਆ, ਇਮੀਗ੍ਰੇਸ਼ਨ ਕਰਵਾ ਕੇ ਉਸ ਤੋਂ ਬਾਅਦ ਫਿਰ ਦੁਬਾਰਾ ਮੈਨੂੰ ਮਿਲੇਗਾ ਅੰਦਰ ਆ ਕੇ। ਤੇ ਚਲੋ ਅੱਗੇ ਮਿਲਦੇ ਆ। मिलते फिर ਲਓ ਜੀ, ਇੰਡੀਆ ਵੱਲੋਂ ਤਾਂ ਇਮੀਗ੍ਰੇਸ਼ਨ ਹੋ ਗਈ ਕਲੀਅਰ। ਬਹੁਤ ਸਵਾਲ ਪੁੱਛਦੇ ਆ ਵੀ ਕਿਉਂ ਜਾ ਰਹੇ ਹੋ, ਬਾਕੀ ਕੀ ਦੱਸ ਦੋ ਅੱਗੇ ਕੀ ਪੁੱਛਦੇ ਆ। ਮੈਂ ਪਹੁੰਚ ਗਿਆ ਇਸ ਟਾਈਮ ਟਰਮੀਨਲ ਦੇ ਅੰਦਰ 3 ਤੇ। ਬਹੁਤ ਸੋਹਣਾ ਡਿਊਟੀ ਫ੍ਰੀ ਸਮਾਨ ਹੈ ਇੱਥੇ। ਆਪਾਂ ਕੁਝ ਨਹੀਂ ਖਰੀਦਣਾ, ਬਹੁਤ ਹੀ ਜ਼ਿਆਦਾ ਸ਼ਾਪਿੰਗ ਕਰ ਚੁੱਕੇ ਹਾਂ। ਮਾਸਕ ਬਹੁਤ ਗੰਦੇ ਆ ਯਾਰ। ਆਪਣਾ ਗੇਟ ਨੰਬਰ 1, ਆਪਾਂ ਜਾ ਰਹੇ ਹਾਂ 1 ਨੰਬਰ ਗੇਟ ਤੇ। ਬਾਏ 2 ਗੈਟ 1 ਫ੍ਰੀ ਅਰਮਾਨੀ ਮੇਕਅਪ। ਆਹ 95 ਵਾਲੇ ਮਾਸਕ ਨੇ ਤਾਂ ਮੱਤ ਮਾਰ ਦਿੱਤੀ ਹੈ। ਬਾਕੀ ਨਾ ਵੇਟਿੰਗ ਹਾਲ 'ਚ ਜਾ ਕੇ ਦੇਖਦੇ ਹਾਂ। ਜਹਾਜ਼ ਦਿਖਾਵਾਂ ਤੁਹਾਨੂੰ, ਜਹਾਜ਼ ਬਹੁਤ ਵੱਡੇ ਵੱਡੇ, ਬੜੇ ਹੀ ਵੱਡੇ ਵੱਡੇ। ਮੇਰੀ ਵੀ ਇੱਥੋਂ ਫਲਾਈਟ ਜਰਮਨੀ ਤੱਕ ਬੋਇੰਗ 'ਚ ਹੀ ਹੈ। ਸਾਰਾ ਉਹ ਖੜਾ ਆਪਣੇ ਨਾਲ। ਇਹਦੇ ਜਾਣਾ ਕੋ अपनी होगी इमीग्रेशन। हम कर रहे हैं आप अपनी फ्लाइट की वेट। बोर्डिंग पास मिल गया। इमीग्रेशन वाले बस 1-2 सवाल पूछते नहीं क्यों जा रहे हो तुसी, तो आप कहता टूरिज्म वास्ते। बस कोई नहीं, उन्होंने वीज़े चेक किए, स्टैंप लगाती है आउट की। तो बाकी हम आप कर रहे हैं फ्लाइट का वेट। इधर लगा हुआ है जहाज। टाइम हो गया 12 बज गए, शायद 1-1:30 बजे बोर्डिंग शुरू करते तो करते हैं फिर आप अगे। पहला मेरा स्टे जर्मनी है, जर्मनी तो फिर मेरा टर्मीनल चेंज है, उत्थों फिर स्विट्जरलैंड की फ्लाइट है। ये तो 8 घंटे की फ्लाइट है। तो बने रहो मेरे नाल अगे भी।
Please, thank you. Second answer, ਖਾਣਾ ਪਰੌਂਠਾ ਚੌਲ ਨੇ ਚਨਾ ਨਾਲ ਮਿੱਠੀ ਖੀਰ। ਜਰਮਨ ਐਂਟਰੀ ਹੋ ਗਈ, ਕਨੈਕਟਿੰਗ ਫਲਾਈਟ ਆ। ਪੜ੍ਹੇ ਲਿਖੇ ਦਾ ਇਹ ਹਾਲ ਤਾਂ ਪਠਾਨਕੋਟ ਬੰਦੇ ਦਾ ਤਾਂ ਬਹੁਤ ਬੁਰਾ ਹਾਲ ਹੁੰਦਾ ਹੋਊਗਾ। ਬਾਕੀ ਐਕਸਪੀਰੀਅੰਸ ਅੱਗੇ ਸ਼ੇਅਰ ਕਰਦਾ ਤੁਹਾਡੇ ਨਾਲ ਚੱਲ ਕੇ। ਇਹ ਆ ਭਾਈ ਜਰਮਨ ਦਾ 에ਅਰਪੋਰਟ ਜਿੱਥੋਂ ਆਪਣੀ ਫਲਾਈਟ ਜਾਣੀ ਸਵਿਟਜ਼ਰਲੈਂਡ ਦੇ ਲਈ। ਅਰਾਈਵਲ ਥੱਲੇ ਹੈ, ਡਿਪਾਰਚਰ ਉੱਤੇ ਹੈ। ਜਰਮਨ ਤੋਂ ਬੈਠ ਗਿਆ ਮੈਂ ਸਵਿਟਜ਼ਰਲੈਂਡ ਲਈ ਫਲਾਈਟ ਦੇ ਵਿੱਚ, ਜੀਰੇ ਕਲੀ ਦੇ ਵਿੱਚ। ਇਹ ਫਲਾਈਟ ਜ਼ਿਆਦਾਤਰ ਖਾਲੀ ਹੋਈ ਹੈ, ਕਹਿ ਰਹੇ ਸੀ ਸਿਰਫ 40 ਜਣੇ ਆ। ਸਾਰੀ ਖਾਲੀ ਗਈ ਹੈ। ਮੇਰੀ ਸੀਟ ਪਰ ਲਈ ਹੈ, ਮੈਂ ਇੱਧਰ ਆ ਕੇ ਬੈਠ ਗਿਆ ਵਿੰਡੋ ਦੇ ਨਾਲ। ਇੱਥੇ ਮਿਲ ਗਈ ਆਪਣਾ ਵਿੰਡੋ। ਇਹਨੂੰ ਕਹਿੰਦੇ ਵੀ ਜਰਮਨ। बैगेज लेना पहला हम अपना बैग लईए चल के। स्विट्जरलैंड पहुंच गए आप। लगेज की कर रहे हैं वेट, 7-8 मिनट लगणगे जी। खड़े हुए हैं बेल्ट पे, इतने आऊगा लगेज। बड़ी कलौल हुई है, वाईफाई चल नहीं रहा, एड्रैस का पता नहीं लग रहा। करंसी मेरे को चेंज है नहीं करनी है। हम होटल च जाने टैक्सी, करंसी का पै गया पंगा। पुछते हैं जो दूजी करंसी चल जाए ड्राइवर ने। यह स्विट्जरलैंड का एयरपोर्ट जितों मैं एग्जिट लिया। और टैक्सी तो लग रहा बहुत। चलते हैं पुछते हैं, ठंड बहुत है। कमाल की गल है, इतने लोगों को इंग्लिश भी बहुत घट आती है, अपनी भाषा बोली जाते हैं। फाइनली आप जाए गए हैं स्विट्जरलैंड। आ होटल का कमरा भी बड़ा बुरा हाल है। सवेरे दसांगा, हुण मैनू ना लगातार 30 घंटे हो गए ने जागदे नूं, ना किते नींद पई है। ਹੁਣ ਤਾਂ ਮੈਨੂੰ ਲੱਗਦਾ ਕਿ ਰਿਸ਼ਪਾਲ ਭਾਜੀ ਦੀ ਗੱਲ ਜਿੱਦਾਂ ਆ ਰਹੀ ਹੈ, ਹੁੰਦਾ ਬਸ ਉੱਤੇ ਬੈਠਣਾ ਪੱਖੇ ਹੀ ਦੁਪਹਿਰੀ ਗਿਣੇਗਾ। ਭਾਜੀ ਇੱਥੇ ਪੱਖਾ ਨਹੀਂ ਹੈਗਾ। ਮੈਂ ਤੁਹਾਨੂੰ ਕਿਹਾ ਸੀ ਨਾ ਪੱਖਾ ਮਿਲਣਾ ਨਾ ਏਸੀ ਮਿਲਣਾ, ਵੈਸੇ ਹੀ ਮੈਨੇ ਸੇ ਟੈਂਪਰੇਚਰ ਰਹਿੰਦੇ ਨੇ। ਤਾਂ ਹੁਣ ਗਈਆਂ ਨੇ ਆਪਣੇ ਹੱਡ ਪੈਰ ਟੁੱਟ। ਤੇ ਬਾਕੀ ਗੱਲਾਂ ਕਰਦੇ ਤੁਹਾਡੇ ਨਾਲ ਸਵੇਰੇ। ਗੁੱਡ ਮਾਰਨਿੰਗ ਫਰੋਮ ਸਵਿਟਜ਼ਰਲੈਂਡ। ਅੱਜ ਮੇਰਾ ਸੈਕਿੰਡ ਡੇ ਹੈ ਸਵਿਟਜ਼ਰਲੈਂਡ ਦੇ ਵਿੱਚ। ਕੱਲ ਰਾਤ ਇੱਥੇ ਆਇਆ ਸੀ ਤੇ ਬੜਾ ਤੰਗ ਹੋ ਕੇ ਹੀ ਆਇਆ ਮੈਂ। ਬਹੁਤ ਜ਼ਿਆਦਾ ਐਕਸਪੀਰੀਅੰਸ ਮਿਲੇ ਨੇ, ਕਿਉਂਕਿ ਜਦੋਂ ਫੋਨ ਨਾ ਚੱਲੇ, ਨੈਟ ਨਾ ਚੱਲੇ ਤਾਂ ਬੰਦਾ ਨਾ ਗੁੰਮ ਹੋ ਜਾਂਦਾ। ਉਸਨੂੰ ਕੁਛ ਨਹੀਂ ਪਤਾ ਹੁੰਦਾ ਉਹ ਕਿੱਥੇ ਜਾ ਰਿਹਾ। ਇੱਥੇ ਇੱਕ ਤਾਂ ਹੋਰ ਪੰਗੇ ਬਹੁਤ ਜ਼ਿਆਦਾ ਨੇ, ਕਿਸੇ ਨੂੰ ਭਾਸ਼ਾ ਨਹੀਂ ਆਉਂਦੀ। ਇਹ ਜ਼ਿਆਦਾਤਰ ਆਪਣੀਆਂ ਸਵਿਸ ਐਂਡ ਜਰਮਨੀ ਦੇ ਵਿੱਚ ਹੀ ਬੋਲਦੇ ਨੇ। ਤੇ ਇਹਨਾਂ ਚੀਜ਼ਾਂ ਦੀ ਬੜੀ ਦਿੱਕਤ ਆਈ। ਨਾ ਆਪਣਾ ਨੈਟ ਚੱਲ ਰਿਹਾ, ਨਾ ਕੋਈ ਹੋਰ ਸਿਮ ਚੱਲ ਰਹੀ ਸੀ, ਹੈ ਨਾ। ਏਅਰਪੋਰਟ ਦੇ ਆ ਕੇ ਬਾਹਰ ਖੜੇ ਰਹੇ। ਬਹੁਤ ਜ਼ਿਆਦਾ ਮੇਰੇ ਨਾਲ ਐਕਸਪੀਰੀਅੰਸ ਇੱਦਾਂ ਦੇ ਹੋਏ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਤੇ ਜਦੋਂ ਤੁਸੀਂ ਕਦੇ ਵੀ ਇੱਧਰ ਨੂੰ ਆਵੋ ਤਾਂ ਤੁਹਾਨੂੰ ਉਹਨਾਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਤੇ ਇਸ ਕਰਕੇ ਮੇਰੀਆਂ ਵੀਡੀਓ ਦੇ ਨਾਲ ਜੁੜੇ ਰਹੋ। ਹਰ ਤਰ੍ਹਾਂ ਦੀ ਜਾਣਕਾਰੀ ਦੇਵਾਂਗਾ, ਬਿਕੋਜ਼ ਮੈਂ ਇਸ ਤਰ੍ਹਾਂ ਕੋਈ ਵੀ ਸ਼ਾਰਟ ਦੇ ਵਿੱਚ ਜਾਣਕਾਰੀ ਨਹੀਂ ਦੇਣਾ ਚਾਹੁੰਦਾ ਜਿਸ ਦੇ ਨਾਲ ਤੁਹਾਡੀ
ਜਾਣਕਾਰੀ ਇਨਕੰਪਲੀਟ ਰਵੇ ਹਨਾ। ਤੇ ਅੱਜ ਆਪਣਾ ਸੈਕਿੰਡ ਡੇ ਹੈ ਤੇ ਦੇਖਦੇ ਹਾਂ ਕੁਝ ਐਕਸਪਲੋਰ ਕਰਾਂਗੇ ਇੱਥੇ। ਕਮਰੇ ਦੀ ਹਾਲਤ ਦਿਖਾਉਂਦਾ ਵਾ ਕਿ ਰਾਤ ਕਿੰਨਾ ਵਧੀਆ ਸੀ, ਤਾਂ ਹੁਣ ਵੇਖੋ ਮੈਂ ਕਿੰਨਾ ਖਲਾਰਾ ਪਾ ਰੱਖਿਆ ਕਮਰੇ ਦੇ ਵਿੱਚ। ਖਿਲਾਰਨਾ ਸੌਖਾ ਹੈ, ਜਦੋਂ ਪੈਕ ਕਰਨਾ ਪਿਆ ਉਦੋਂ ਔਖਾ ਹੋਊਗਾ। ਮੈਨੂੰ ਬਹੁਤ ਦਿੱਕਤ ਆ ਰਹੀ ਹੈ ਇੱਥੇ। ਇਹਨਾਂ ਦੇ ਨਾ ਇਸ ਤਰ੍ਹਾਂ ਦੇ ਪਿੰਨ ਨੇ, ਮੈਂ ਸੋਚਿਆ ਸੀ 2 ਪਿੰਨ ਮਿਲ ਜਾਣਗੇ ਚਾਰਜ ਕਰਨ ਵਾਲੇ, ਉਹ ਮੈਂ ਲੈ ਕੇ ਆਇਆ ਬਟ ਉਹ ਨਹੀਂ ਮਿਲੇ। ਹੁਣ ਇਹਨਾਂ ਨੇ ਇੱਕ ਹੋਰ ਨਵਾਂ ਹੀ ਪਿੰਨ ਬਣਾ ਦਿੱਤਾ। ਚਲੋ ਦੇਖਦੇ ਹਾਂ, ਪਾਵਰ ਬੈਂਕ ਹੈ ਜੇ ਇੱਕ ਦਿਨ ਕੱਢ ਕੇ ਤਾਂ ਠੀਕ ਹੈ, ਫਿਰ ਆਪਾਂ ਨੈਕਸਟ ਡੈਸਟੀਨੇਸ਼ਨ ਤੇ ਚਲੇ ਜਾਣਾ ਇੱਥੋਂ, ਤਾਂ ਉੱਥੇ ਜਾ ਕੇ ਆਪਾਂ ਨੂੰ ਕੁਛ ਹੈਲਪ ਹੋ ਜੂ ਇਹਨਾਂ ਚੀਜ਼ਾਂ ਦੀ ਹੈ ਨਾ। ਤੇ ਆਓ ਚੱਲਦੇ ਹਾਂ, ਕਰਦੇ ਹਾਂ ਬ੍ਰੇਕਫਾਸਟ। ਇੱਧਰ ਆਪਣਾ ਬ੍ਰੇਕਫਾਸਟ ਮਿਲ ਜੂ। ਇਹ ਮਿਲਿਆ ਆਪਾਂ ਨੂੰ ਬ੍ਰੇਕਫਾਸਟ ਜੇ, बैठने ਲਈ सही जगह, बैठने ਲਈ सही जगह। इधर देखते हैं, लो जी नਵੇਂ तजर्बे हो रहे ने। कॉफ़ी कहते ने आप बना लो, आ लैके आए 3-4 चीज़ां मिक्स करके बनाने हैं। खाना खादा अद्ध बजद सेव चुक के आप रूम चले जाना। आ बन गई चाह, जी कि मैंने लगता मैं एक घुट भरन तो बाद सारी छड्डन लावां। आ गए हम ब्रेकफास्ट करके। अद्धा मैं ना चका दिता सिर चो प्लेट दे, कहते इट्स ओके यू कैन टेक। मैं कहा नहीं ਚੱਕ ਲੈ ਕੁੜੀਏ। ਅੱਧਾ ਚਕਾਤਾ ਤੇ ਉਹ ਵੀ ਆਪਾਂ ਅੱਧੇ ਦੇ ਵਿੱਚੋਂ ਚਲੋ ਜਿੰਨਾ ਕੋ ਖਾ ਸਕੇ ਸੀ ਖਾ ਲਿਆ। ਪਹਿਲੀ ਗੱਲ ਕਈ ਚੀਜ਼ਾਂ ਦੇ ਖਾਣ ਵਾਸਤੇ ਨਾ ਖਾਣੀਆਂ ਸਿੱਖਣੀਆਂ ਪੈਂਦੀਆਂ ਨੇ ਕੁਝ ਜਗ੍ਹਾ ਤੇ ਆ ਕੇ। ਸੋ ਇਟਸ ਅ ਨੈਚੁਰਲ, ਐਵੇਂ ਨਕਲੀ ਬੰਦਾ ਕੋਈ ਫਾਇਦਾ ਨਹੀਂ ਹੈ ਨਾ। ਤੇ ਆਪਾਂ ਚਾਹ, ਮੈਂ ਕਿਹਾ ਚਾਹ ਦੇ ਦੋ ਚਾਹ, ਉਹਨੇ ਕਹਿੰਦੀ ਆਪ ਬਣਾ ਲਓ ਮਸ਼ੀਨ ਤੇ। ਮੈਂ ਕਿਹਾ ਮੈਨੂੰ ਨਹੀਂ ਇਹ ਮਸ਼ੀਨ ਤੇ ਬਣਾਉਣੀ ਆਉਂਦੀ। ਨਾਲ ਗਈ ਚੱਕ ਕੇ ਏਡਾ ਤੇ ਉਹਨੇ ਮੱਗ ਪਾਣੀ ਦਾ ਭਰ ਦਿੱਤਾ। ਇਹ ਕਿੱਡੀ ਕੋ ਲਿਪਟਨ ਦਿੱਤੀ ਹੈ ਹਨਾ। ਉਹਨੇ ਨਾਲ ਆਪਣਾ ਕੀ ਬਣਨਾ ਸੀ, ਫਿਰ ਛੱਡ ਕੇ ਆਏ ਬਿਨਾਂ ਚਾਹ ਤੋਂ। ਅੱਜ ਚੱਲਦੇ ਆ ਬਾਹਰ, ਦੇਖਾਂਗੇ ਕੋਈ ਕੌਫੀ ਮਿਲ ਗਈ ਤਾਂ। ਸੇਬ ਤੇ ਮੈਂ ਜੂਸ ਚੱਕ ਲਿਆ ਉੱਥੋਂ ਪਲੇਟ ਦੇ ਚੋਂ। ਮੈਂ ਕਿਹਾ ਚੱਲ ਬਾਅਦ ਵਿੱਚ ਹੀ ਕੰਮ ਆਊਗਾ। ਬਹੁਤ ਨਵਾਂ ਐਕਸਪੀਰੀਅੰਸ ਮਿਲਦਾ ਪਰ ਪਾਣੀ ਆ ਗਿਆ ਬਹੁਤ। ਧੁੱਪ ਬਹੁਤ ਜ਼ਿਆਦਾ ਪਰ ਮੌਸਮ ਬਹੁਤ ਠੰਡਾ ਹੈ। ਮੌਸਮ 'ਚ ਤਾਂ ਲੱਗਦੀ ਠੰਡ ਤੇ ਧੁੱਪ ਬਹੁਤ ਜ਼ਿਆਦਾ। ਧੁੱਪ ਨੂੰ ਦੇਖ ਕੇ ਮੈਂ ਵੀ ਨਹੀਂ ਸੀ ਪਾ ਰਿਹਾ, ਬਟ ਦੇਖ ਰਿਹਾ ਕਿ ਠੰਡ ਲੱਗ ਰਹੀ ਹੈ। ਹੁਣ ਇੱਥੇ ਟਿਕਟ ਕਿੱਦਾਂ ਲਵਾਂ ਸਾਰਾ, ਤੇ ਇਹਨਾਂ ਨੇ ਸਵਿਸ ਲੈਂਗੁਏਜ ਵਿੱਚ ਲਿਖਿਆ ਹੋਇਆ। ਉਹ ਵੀ ਯਾਰ ਕੁੱਤੇ ਹੀ ਕੰਮ ਨੇ ਇੱਥੇ। ਜਿਊਰਿਕ ਮੇਨ ਸਟੇਸ਼ਨ ਪਹੁੰਚ ਗਏ ਹਾਂ। ਹੁਣ ਪਤਾ ਨਹੀਂ ਬਾਹਰ ਕਿੱਧਰ ਜਾਣਾ, ਕਿਹੜੇ ਪਾਸੇ ਜਾਣਾ। ਇੱਥੋਂ ਦੁਬਾਰਾ ਦੂਜੀ ਟ੍ਰੇਨ ਲੈਣੀ ਹੈ ਏਅਰਪੋਰਟ ਵਾਸਤੇ। ਬਸ ਮੇਰੇ ਤੇ ਆਹੀ ਯਾਤਰਾ ਲੱਗਦੀ ਹੈ। ਕੋਈ ਪਤਾ ਨਹੀਂ ਕਿੱਥੇ ਲੱਗਾ ਫਿਰਦਾ ਕਿੱਥੇ ਹੈ ਨਾ। ਇੱਥੇ ਬਹੁਤ ਇੰਗਲਿਸ਼ ਘੱਟ ਲੋਕਾਂ ਨੂੰ ਆਉਂਦੀ ਹੈ, ਕੋਈ ਕੁਛ ਨਹੀਂ ਪਤਾ। ਜਿਊਰਿਕ ਸਿਟੀ ਹੁਣ ਮੈਂ ਇੱਥੇ ਆ ਗਿਆ, ਮੈਂ ਪਤਾ ਨਹੀਂ ਕਿੱਥੇ ਆਇਆ। ਮੈਂ ਇਹ ਤੋਂ ਪਤਾ ਨਹੀਂ ਵਾਪਸ ਕਿੱਦਾਂ ਜਾਣਾ। ਮੈਂ ਕਿਹਾ ਉੱਪਰੋਂ ਐਗਜ਼ਿਟ ਮਿਲ ਜਾਏਗਾ। ਉੱਪਰ ਆ ਕੇ ਹੋਰ ਟ੍ਰੇਨਾਂ ਖੜੀਆਂ ਨੇ, ਪਰ ਇੱਥੇ ਟ੍ਰੇਨਾਂ ਡਬਲ ਡੈਕਰ ਦੀਆਂ ਨੇ। ਚਲੋ ਭਾਈ ਹੁਣ ਫਿਰ ਥੱਲਿਓਂ ਉੱਧਰੋਂ ਦੇਖਦੇ ਹਾਂ ਦੂਜੇ ਪਾਸੇ। ਆ ਹੁਣ ਲੱਗੀ ਕਿ ਮੈਂ ਕਿਤੇ ਆਇਆ ਵਾਂ, ਨਹੀਂ ਤਾਂ ਕੱਲ੍ਹ ਦਾ ਤਾਂ ਏਅਰਪੋਰਟਾਂ ਤੇ ਸੜਕਾਂ 'ਤੇ ਹੀ ਧੱਕੇ ਖਾਈ ਜਾਂਦੇ ਆ। ਪਤਾ ਨਹੀਂ ਸਾਲੇ ਕਿੱਦਾਂ ਦੇ ਲੋਕ ਲੱਗੇ ਫਿਰਦੇ ਨੇ ਇੱਥੇ। ਕਿਹੜੇ ਅਫਗਾਨੀ ਜੀ ਆ ਕੇ ਕਹਿੰਦੇ ਅਫਗਾਨ ਪਾਕਿਸਤਾਨ, ਮੈਂ ਨਹੀਂ ਇੰਡੀਆ। ਪਲੀਜ਼ ਮੇਕ ਅ ਕਾਲ, WhatsApp ਕਾਲ ਆਈ ਨੀਡ। ਮੈਂ ਉੱਠ ਕੇ ਆਉਣਾ ਪਿਆ ਉਹਨਾਂ 'ਚ 2 ਜਣੇ। These are the open cafe। स्विट्जरलैंड यूरोप के ओपन कैफे, वो बर्गर किंग भी है सामने। मैं कित्थे जा रहा मैंने कुछ नहीं पता, बस तुरे फिरो। दुनिया खूबसूरत है वैसे इन्हों की। ओपन रेस्टोरेंट ने, कैफे ने, सड़कों के उत्ते सफाई बहुत है।
Mr. Net. ਟ੍ਰੇਨ ਖੜੀ ਬਾਬੇ ਸਫਾਈ ਬਹੁਤ ਹੈ ਇਹਨਾਂ ਦੇ ਸ਼ਹਿਰਾਂ ਦੀ ਧੁੱਪ ਬਹੁਤ ਜ਼ਿਆਦਾ ਹੈ ਪਰ ਠੰਡ ਲੱਗ ਰਹੀ ਹੈ ਮੇਰੇ ਹਿਸਾਬ ਨਾਲ 8-10 ਦਾ ਟੈਂਪਰੇਚਰ ਹੋਣਾ ਚੈੱਕ ਨਹੀਂ ਕੀਤਾ ਬਸ ਜੀਪ ਵੈਗਨ ਖੜੀ ਨਹੀਂ ਜੀਪ ਵੈਗਨ ਨਹੀਂ ਜੀਪ ਖੜੀ ਸੌਰੀ ਰੈਂਗਲਰ ਜਹਾਜ਼ ਜਾਂਦਾ ਪਿਆ ਕੁੱਤੇ ਇੱਕ ਆ ਗਈ ਟਰਾਮ ਪਤਾ ਨਹੀਂ ਕੀ ਕੁਛ ਕਹਿੰਦੇ ਨੇ ਇਹਨੂੰ ਆਪਾਂ ਤੇ 1 ਮਹੀਨਾ ਲਗਾ ਦਿਆਂ ਸਿੱਖਣ ਤੇ ਪੰਜਾਬ 'ਚ ਨਾ ਹੁਣ ਉਹਨੇ ਮੁੰਡਿਆਂ ਦੇ ਕੱਦ ਨਹੀਂ ਰਹਿ ਗਏ ਜਿੰਨੇ ਇੱਥੇ ਗੋਰੀਆਂ ਦੇ ਕੱਦ ਨੇ ਬਾਬੇ 6-6 ਫੁੱਟ ਤੋਂ ਉੱਤੇ ਕੁੜੀਆਂ ਗੋਰੇ ਤਾਂ 6.5 ਫੁੱਟ ਤੇ ਲੱਗੇ ਫਿਰਦੇ ਨੇ ਇੱਥੇ 7-7 ਫੁੱਟ ਤੇ ਫਿਟਨੈਸ ਤਾਂ ਇੰਨਾ ਹੀ ਰੱਖੀ ਹੈ ਸਾਡੇ ਤੇ ਖਾ ਕੇ ਅਨਫਿਟ ਹੋਈ ਜਾਂਦੇ ਨੇ ਸਾਈਕਲ ਚਲਾਉਂਦੇ ਨੇ ਹਾਂ ਮੈਂ ਜਿਹੜੀ ਟ੍ਰੇਨ ਦੇ ਵਿੱਚ ਆ ਰਿਹਾ ਸੀ ਨਾ 4 ਜਣੇ ਪੈਸੇਂਜਰ ਮੇਰੇ ਅੱਗੇ ਪਿੱਛੇ ਬੈਠੇ ਹੋਏ ਸੀ ਸਾਰੇ ਕਿਤਾਬਾਂ ਪੜ੍ਹ ਰਹੇ ਸੀ ਸਭ ਤੋਂ ਵੱਡੀ ਗੱਲ ਅਸੀਂ ਫੋਨਾਂ 'ਚ ਬਿਜ਼ੀ ਹੁੰਦੇ ਹਾਂ ਫੋਨ ਨਹੀਂ ਛੱਡਦੇ ਉਹ ਕਿਤਾਬਾਂ ਨਹੀਂ ਛੱਡਦੇ 2 ਮਿੰਟ ਵੀ ਮਿਲਦੇ ਨੇ ਕਿਤਾਬ ਫੜ ਲੈਂਦੇ ਨੇ ਵਾਓ ਕੁਝ ਤਾਂ ਸਿੱਖ ਕੇ ਜਾਵਾਂਗੇ ਇੱਥੋਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਮੈਂ ਰੋਡ ਕ੍ਰੋਸ ਕਰ ਰਿਹਾ ਸੀ ਗਲਤੀ ਦੇ ਨਾਲ ਗੱਡੀਆਂ ਆਈਆਂ ਨੇ ਹੌਰਨ ਨਹੀਂ ਮਾਰਿਆ ਪਿੱਛੇ ਲਾਈਨ ਲੱਗ ਗਈ ਸਟਾਪ ਕਰਤਾ ਸਾਡੇ ਵਰਗਾ ਤੇਰੀ ਮਾਂ ਦੀ ਪੈਂਦੀ ਇੱਕ ਕਰਕੇ ਰੱਖ ਦਿੰਦੇ ਨੇ ਗਾਲਾਂ ਕੱਢ ਕੇ ਤੇ ਸਪੀਡ ਨਹੀਂ ਹੌਲੀ ਕਰਦੇ ਬੱਬੇ ਆ ਗਿਆ ਜੋ ਆਪਾਂ ਖਾਣਾ ਨਹੀਂ ਬੱਲੇ ਪਾਣੀ ਦੇਖ ਲਓ ਬਈ ਇੱਥੇ ਮੇਰਾ ਪਰਛਾਵਾਂ ਕਿ ਥੱਲੇ ਵਾਲਾ ਸਾਰਾ ਪੱਥਰ ਦਿਸਦਾ ਇੰਨਾ ਸ਼ੁੱਧ ਪਾਣੀ ਉਹ ਵੀ ਸ਼ਹਿਰ ਦਾ ਪਾਣੀ ਹੈ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਉੱਥੇ ਕਿਹੜਾ ਬੁੱਢਾ ਨਾਲਾ ਲੰਘਦਾ ਨਾ ਆਪਣੇ ਲੁਧਿਆਣੇ 'ਚ ਉੱਦਾਂ ਮੈਨੂੰ ਕੋਈ ਪਤਾ ਨਹੀਂ ਮੈਂ ਕਿੱਥੇ ਜਾਈ ਜਾਂਦਾ ਮੈਂ ਬਾਅਦ ਵਿੱਚ ਦੇਖੀ ਜਾਊਗੀ ਜੋ ਹੋਊਗਾ ਬਹੁਤ ਸੋਹਣਾ ਸ਼ਹਿਰ ਹੈ ਆਹ ਰੁੱਖਾਂ ਦੀ ਵੈਲਿਊ ਹੈ ਸੜਕਾਂ ਦੇ ਅੱਧ ਵਿਚਾਲੇ ਖੜੇ ਨੇ ਨਾਲੇ ਸੁੱਕੇ ਪਏ ਨੇ ਪਤਾ ਨਹੀਂ ਪਤਝੜ ਕਰਕੇ ਇੱਕ ਹੋਰ ਨਦੀ ਲੰਘਦੀ ਪਈ ਇੱਧਰੋਂ ਉਹ ਵੀ ਸਾਫ਼ ਪਾਣੀ ਲੋਕ ਖਾਣਾ ਬੈ ਕੇ ਖਾਂਦੇ ਨੇ ਪੱਤੇ ਸਾਡੇ ਗੰਦ ਸੁੱਟ ਦਿੰਦੇ ਨੇ ਲੋਕੋ ਇਹ ਵੀ ਇੱਕ ਵਧੀਆ ਐਕਸਪੀਰੀਅੰਸ ਹੈ ਕਿ ਜਦੋਂ ਤੁਹਾਨੂੰ ਪਤਾ ਹੋਵੇ ਕਿ ਆਪਾਂ ਜਾਣਾ ਕਿੱਥੇ ਹੈ ਪਤਾ ਹੀ ਨਾ ਹੋਵੇ ਕਿ ਆਪਾਂ ਜਾਣਾ ਕਿੱਥੇ ਹੈ ਐਵੇਂ ਹੀ ਸਫ਼ਰ ਕਰਦੇ ਰਹੋ ਇਹ ਵੀ ਇੱਕ ਵੱਖਰਾ ਹੀ ਐਕਸਪੀਰੀਅੰਸ ਹੈ ਲੱਗਦਾ ਸੀ ਮੈਂ ਬੋਰ ਹੋਵਾਂਗਾ ਬਟ ਮੈਂ ਬੋਰ ਨਹੀਂ ਹੋ ਰਿਹਾ ਹੁਣ ਥੋੜਾ ਜਿਹਾ ਮਜ਼ਾ ਆ ਰਿਹਾ ਕੱਲ ਦਾ ਹੋਟਲ ਵਿੱਚ ਬੈਠਾ ਸੀ ਉਦੋਂ ਜ਼ਰੂਰ ਬੋਰ ਹੋ ਰਿਹਾ ਸੀ ਉਹ ਥਕਾਵਟ ਵੀ ਸੀ ਫਿਰ ਥੋੜਾ ਟਾਈਮ ਥਕਾਵਟ ਆਪਾਂ ਦੂਰ ਵੀ ਕਰਨੀ ਸੀ ਜਿੱਥੇ ਕਿਤੇ ਆ ਬਿਲਡਿੰਗਾਂ ਦੀ ਛਾਂ ਆ ਜਾਂਦੀ ਨਾ ਸਰੀਰ ਠਰੂ ਕਰਨ ਲੱਗ ਪੈਂਦਾ ਇੰਨੀ ਠੰਡ ਹੈ ਧੁੱਪ ਦੇ ਕਰਕੇ ਲੋਕ ਬਚੇ ਫਿਰਦੇ ਨੂੰ ਮੈਂ ਤੇ ਐਵੇਂ ਆਖਿਆ ਕਿ ਬਾਹਰ ਗਰਮੀ ਬੜੀ ਕੁਝ ਵੀ ਨਹੀਂ ਪਾਇਆ ਮੈਂ ਤਾਂ ਬਸ ਇੱਕ ਥੱਲੇ ਟੀ-ਸ਼ਰਟ ਪਾ ਕੇ ਆ ਗਿਆ ਤੇ ਉੱਤੇ ਇੱਕ ਸਵੈਟ ਸ਼ਰਟ ਬਟ ਹੁਣ ਠੰਡ ਲੱਗ ਰਹੀ ਹੈ उधर चलते हैं उस रास्ते तो
ਇਸ ਲੇਕ ਦਾ ਪਾਣੀ ਦੇਖੋ ਕਿੰਨਾ ਸਾਫ਼ ਹੈ। ਆ ਸ਼ਹਿਰ ਦੇ ਨਾ ਵਿੱਚੋਂ ਵਿੱਚ ਲੇਕ ਵਗਦੀ ਪਈ ਤਾਂ ਪਾਣੀ ਦੇਖੋ ਕਿੰਨਾ ਸਾਫ਼ ਹੈ, ਚਾਹੇ ਪੀ ਲਓ। ਕਬੂਤਰੋਂ ਬਚਾ ਕੇ ਬਈ ਪਿੰਡ ਨਹੀਂ ਲਗਾ ਫਿਰਦਾ ਮੈਂ। ਤੁਹਾਡੀ ਇੱਕ ਬਿੱਠ ਮੈਨੂੰ ਬੜੀ ਮਹਿੰਗੀ ਪੈਣੀ ਹੈ। ਬਿਲੀ ਸਪੀਸ ਆ ਤਾਂ ਲਿਖੀ ਜਾਂਦੀ ਘੰਟਾ ਹੋ ਗਿਆ। ਖਾਸ ਕਰ ਸਵਿਟਜ਼ਰਲੈਂਡ ਵਰਗੇ ਦੇਸ਼ 'ਚ ਆਉਣਾ ਨਾ ਤਾਂ ਪੈਕੇਜ ਲੈ ਕੇ ਆਓ। ਪੈਕੇਜ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਨਾਲੇ ਪੈਕੇਜ ਸਸਤਾ ਪੈਂਦਾ ਹੈ। ਇਹ ਦੇਸ਼ ਏਸ਼ੀਅਨ ਕੰਟਰੀ ਵਰਗੇ ਦੇਸ਼ ਨਹੀਂ ਹੈਗੇ, ਜਿਵੇਂ ਸਿੰਗਾਪੁਰ ਦੇ ਦੇਖ ਲਿਆ, ਉੱਧਰ ਦੁਬਈ ਸਾਈਡ ਦੇਖ ਲਿਆ, ਅਰਬ ਕੰਟਰੀ ਦੇਖ ਲਈ। ਇਹ ਦੇਸ਼ ਬਹੁਤ ਜ਼ਿਆਦਾ ਕੋਸਟਲੀ ਨੇ। ਜੇ ਆਪਾਂ ਖੁਦ ਹੋਟਲ ਬੁੱਕ ਕਰਦੇ ਹਾਂ, ਉਹ ਤੋਂ ਬਸ ਟੈਕਸੀ ਲੈਂਦੇ ਹਾਂ ਜਾਂ ਟ੍ਰੇਨਾਂ 'ਤੇ ਸਫ਼ਰ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਕੋਸਟਲੀ ਪੈਂਦਾ। ਫੂਡ ਵੀ ਬਹੁਤ ਕੋਸਟਲੀ ਪੈਂਦਾ ਹੈ। ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਹਮੇਸ਼ਾ ਪੈਕੇਜ ਦੇ ਥਰੂ ਆਈਏ। ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ। ਇੱਥੇ ਬੈਠਾ ਹੋਇਆ ਮੈਂ ਇੱਕ ਲੇਕ ਦੇ ਕਿਨਾਰੇ 'ਤੇ। ਇੱਥੇ 1 ਵਜਾ ਹੋਇਆ ਅਤੇ ਲੰਚ ਟਾਈਮ ਹੋਇਆ ਇਹਨਾਂ ਦਾ। ਸਾਰੇ ਆਪੋ ਆਪਣੀ ਸ਼ਿਫਟਾਂ ਤੋਂ ਲੰਚ ਕਰਨ ਆਉਂਦੇ ਨੇ। ਬੈਠ ਕੇ ਖਾਣਾ ਪਤਾ ਕਿੱਦਾਂ ਖਾ ਰਹੇ ਨੇ। ਇੱਕ ਬਾਈਟ ਲੈਂਦੇ ਨੇ, ਡਰਿੰਕ ਪੀਂਦੇ ਨੇ, ਰੱਖ ਦਿੰਦੇ ਨੇ, ਫਿਰ ਗੱਲਾਂ ਕਰੀ ਜਾਂਦੇ। ਅੱਧੇ ਘੰਟੇ ਦੇ ਵਿੱਚ ਜਿੱਡਾ ਕੋ ਆਪਣਾ ਕੁਲਚਾ ਹੁੰਦਾ ਜਾਂ ਬਰਗਰ ਹੁੰਦਾ, ਉਹਨੇ ਕੁ ਪੀਸ ਖਾਣ ਵਾਸਤੇ ਅੱਧਾ ਘੰਟਾ ਤੱਕ ਸਮਾਂ ਲੈਂਦੇ ਨੇ ਅਤੇ ਆਰਾਮ ਦੇ ਨਾਲ ਇੰਜੋਏ ਕਰਕੇ। ਸਾਡੇ 10 ਰੋਟੀਆਂ ਰੱਖ ਦਿਓ, 5 ਮਿੰਟ ਲੱਗ ਜਾਣ ਤਾਂ ਕਹਿ ਦਿਓ। ਪਰ ਕੋਈ ਵੀ ਅਨਫਿਟ ਨਹੀਂ ਹੈਗਾ, ਸਭ ਫਿਟ ਨੇ। ਚਾਹੇ ਕੋਈ ਵੱਧ ਉਮਰ ਦੇ ਨੇ, ਚਾਹੇ ਕੋਈ ਮੁੰਡੇ ਕੁੜੀਆਂ ਨੇ। ਬਹੁਤ ਵਧੀਆ ਗੱਲਾਂ ਨੇ ਜਿਹੜੀਆਂ ਇਹਨਾਂ ਤੋਂ ਸਿੱਖਣ ਨੂੰ ਮਿਲਦੀਆਂ ਨੇ। This is a Zara. Beauty. Electronic product. ऑक्सीजन प्लांट देखो अंदर। स्विट्जरलैंड से रेट देख लो। 13 प्रो मैक्स का 1229 फ्रैंक का। बाकी आप कैलकुलेट कर लियो। 83 रुपये। स्विट्जरलैंड पूरी दुनिया का सब तो महंगा देश है। तो जे कोई भी अपनी फैमिली नाल जां कोई आना चाहता, 2 जने भी आना चाहते तो पैकेज लैके आयो। कोई एजेंट 5-10 हज़ार रुपया कमा लूगा, तुहाडे तो ज़्यादा नहीं कमा सकता, बट तुहानूं आरामदारी रहूगी। एक तो इत्थे इंग्लिश लोगों को बहुत घट आउंदी है ते दिक्कतां बहुत आउंदियां ने। ट्रेनां दे धक्के खाओ, पास बनवाओ, वो भी बहुत ज़्यादा कॉस्टली ने, इन्ने सस्ते नहीं हैगे। इस करके पैकेज बेस्ट रहूगा इत्थों वास्ते। ये
ਏਸ਼ੀਅਨ ਕੰਟਰੀ ਵਾਂਗ ਸਿੰਗਾਪੁਰ ਮਲੇਸ਼ੀਆ ਵਾਂਗ ਨਹੀਂ ਹੈਗੀਆਂ ਇਹ ਕੰਟਰੀ ਕਿ ਉੱਥੇ ਸਾਰਾ ਕੁਝ ਚੱਲ ਜੂਗਾ। ਇੱਥੇ ਹੋਸਟਲ ਵੀ ਬਹੁਤ ਮਹਿੰਗੇ ਨੇ। ਇੱਥੇ ਪਰ ਨਾਈਟ ਇੱਕ ਰੂਮ ਦੀ ਗੱਲ ਕਰਾਂਗੇ ਤਾਂ 10,000 ਪਰ ਨਾਈਟ ਹੈ ਵਿਚ ਆਮ ਪੇਇੰਗ ਰਾਈਟ ਨਾਓ। ਨਿਸ਼ਾਨ ਦੀ ਗੱਡੀ ਬੜੀ ਸੋਹਣੀ ਖੜੀ ਹੈ, 2 ਸੀਟਰ ਹੈ। ਮੋਸਟਲੀ ਲੋਕ ਨਾ ਇੱਥੇ ਸਾਈਕਲ ਤੇ ਸਫ਼ਰ ਜ਼ਿਆਦਾ ਕਰਦੇ ਨੇ ਜਾਂ ਪੈਦਲ, ਕਿਉਂਕਿ ਆਹ ਫੁੱਟਪਾਥ ਬਣੇ ਹੋਏ ਨੇ। ਤਾਂ ਕੋਈ ਵੀ ਅਨਫਿਟ ਇੱਥੇ ਮੈਨੂੰ ਨਹੀਂ ਦਿਸਦਾ, ਸਭ ਫਿੱਟ ਨੇ। ਹਾਂ ਇੱਕ ਬਿਮਾਰੀ ਜ਼ਰੂਰ ਹੈ, ਸਮੋਕਿੰਗ ਬਹੁਤ ਜ਼ਿਆਦਾ ਕਰਦੇ ਨੇ ਮੁੰਡੇ ਕੁੜੀਆਂ ਸਭ। ਰਾਈਟ ਹੈਂਡ ਡਰਾਈਵਿੰਗ ਹੈ ਇੱਥੇ। ਖੂਬਸੂਰਤੀ ਹਰ ਪਾਸੇ ਹੈ, ਲੋਕ ਵੀ ਬਹੁਤ ਸੋਹਣੇ ਨੇ, ਦੇਸ਼ ਵੀ ਸੋਹਣਾ। ਇਹ ਜਾਂਦਾ ਰਸਤਾ ਸਿਟੀ ਨੂੰ, ਬਟ ਮੈਂ ਤਾਂ ਹੁਣ ਸਿਟੀ 'ਚ ਆਇਆ ਹਾਂ। ਉਸੇ ਸੜਕ ਤੇ ਗੱਡੀਆਂ ਨੇ, ਉਸੇ ਸੜਕ ਤੇ ਟ੍ਰੇਨਾਂ ਨੇ। ਕੋਈ ਆਈਡੀਆ ਨਹੀਂ ਟ੍ਰੇਨ ਫੜਨੀ ਹੈ। ਆਈਡੀਆ ਸੀ ਕਿ ਪਰਲੇ ਪਾਸੇ ਉਤਰਿਆ ਸੀ, ਹੁਣ ਦੂਜੇ ਪਾਸਿਓਂ ਜਾ ਕੇ ਉਸ ਟ੍ਰੇਨ ਦੇ ਵਿੱਚ ਬੈਠਣਾ ਹੈ। ਜਿੱਧਰ ਨੂੰ ਹੀ ਆਈ ਚੱਲ ਪੈਣਾ, ਬਸ ਦੇਖੀ ਜਾਊਗੀ। ਬਹੁਤ ਵੰਗਾ ਯਾਰ। ਇੰਨਾ ਪਤਾ ਮੈਨੂੰ ਕਿ ਮੈਂ ਪਰਲੇ ਪਾਸਿਓਂ ਆਇਆ ਸੀ, ਉੱਧਰੋਂ ਜਿਹੜੀ ਟ੍ਰੇਨ ਆਈ ਸੀ ਨਾ ਉਸ ਤੋਂ ਉਤਰਿਆ ਸੀ। ਅਤੇ ਉਹ ਨੈਚੁਰਲ ਜਿਹੀ ਗੱਲ ਹੈ ਕਿ ਇਹ ਸਾਈਡ ਤੋਂ ਉੱਧਰ ਜਾਏਗੀ, ਜੇ ਤਾਂ ਇਸ ਸਾਈਡ ਤੋਂ ਆ ਗਈ ਫਿਰ ਤਾਂ ਇੱਧਰ ਹੀ ਜਾਊਗੀ। ਬਸ ਆਪਾਂ ਇੱਧਰ ਹੀ ਜਾਣਾ। ਹੁਣ ਬਾਕੀ ਅੱਗੇ ਦੇਖੋ ਕੀ ਨਜ਼ਾਰਾ ਬਣਦਾ। ਛਾਂ ਦੇ ਵਿੱਚ ਅੱਜ ਨਾ ਠੰਡ ਲੱਗਣ ਲੱਗ ਪੈਂਦੀ, ਧੁੱਪ 'ਚ ਜਾਂ ਨਾ ਤਾਂ ਗਰਮੀ ਨਹੀਂ ਲੱਗਦੀ, ਉੱਥੇ ਵੀ ਠੰਡੀ ਲੱਗਦੀ, ਬਟ ਇੰਨਾ ਕੁ ਥੋੜ੍ਹਾ ਜਿਹਾ ਫੀਲ ਠੀਕ ਹੁੰਦਾ। Le personnel d'accompagnement des CFF vous souhaite la bienvenue et un agréable voyage à bord de l'Intercity 1 à destination de Oerlikon, Zurich Aéroport, Winterthur, Lille, Outzwil, Saint-Gall. Prochain arrêt, Oerlikon. ਲਓ ਜੀ ਆ ਗਏ ਆਪਾਂ ਆਪਣੇ ਸਟੇਸ਼ਨ ਤੇ। ਇਹ ਟ੍ਰੇਨ ਨੇ ਉਤਾਰ ਦਿੱਤਾ। ਮੈਂ ਇਕੱਲੇ ਉਤਰਿਆ ਇਕੱਲੇ, ਮੇਰੇ ਇਕੱਲੇ ਵਾਸਤੇ ਟ੍ਰੇਨ ਰੁਕ ਰਹੀ ਹੈ। ਆਹ ਸਾਹਮਣੇ ਮੇਰਾ ਹੋਟਲ ਹੈ ਇਬੀਜ਼। ਆਹ ਛੋਟੀ ਜਿਹੀ ਕਾਰ ਕਿ ਨਹੀਂ ਸੁਣੀ ਨਾ। ਆਹ ਸਟੇਸ਼ਨ ਹੈ। ਚਲੋ ਦੁਬਾਰਾ ਆ ਗਏ ਆ ਫਿਰ ਸਵਿਟਜ਼ਰਲੈਂਡ ਦੀਆਂ ਸੜਕਾਂ ਤੇ। ਮੈਂ ਲੱਭ ਰਿਹਾ ਮੈਂ ਕੋਈ ਇਲੈਕਟ੍ਰੋਨਿਕ ਸਟੋਰ ਜਿੱਥੋਂ ਮੈਨੂੰ ਮਿਲ ਜੇ ਪਾਵਰ ਅਡਾਪਟਰ। ਵੈਸੇ ਇੱਕ ਗੱਲ ਦੇਖੀ ਹੈ ਕਿ ਧੰਨ ਨੇ ਉਹ ਮਾਵਾਂ ਦੇ ਪੁੱਤ ਜਿਹੜੇ ਐਡੇ ਹੌਸਲੇ ਕੱਢ ਕੇ, ਐਡੇ ਜਿਗਰੇ ਕੱਢ ਕੇ ਨਾ ਦਿਲ ਲਾ ਕੇ ਬੈਠੇ ਨੇ ਇਹਨਾਂ ਦੇਸ਼ਾਂ 'ਚ ਜਿੱਥੇ ਕੋਈ ਆਪਣਾ ਨਹੀਂ ਹੁੰਦਾ, ਕੋਈ ਤੁਹਾਡੀ ਭਾਸ਼ਾ ਨਹੀਂ ਹੈ ਨਾ। ਉੱਥੇ ਤੁਹਾਨੂੰ ਉਹਨਾਂ ਦੇਸ਼ਾਂ ਦੇ 'ਚ ਆ ਕੇ ਰੁਕਣਾ ਪੈਂਦਾ, ਕੰਮ ਕਰਨੇ ਪੈਂਦੇ ਨੇ।
ਪਰਿਵਾਰਾਂ ਨੂੰ ਛੱਡ ਕੇ। ਸਲੂਟ ਆ ਬਾਈ ਤੁਹਾਨੂੰ, ਤੁਹਾਡੇ ਸਿਦਕ ਨੂੰ, ਤੁਹਾਡੇ ਸਿਰੜ ਨੂੰ ਸਲੂਟ ਆ ਬਾਈ। ਇਹਨਾਂ ਦੇਸ਼ਾਂ ਦੀ ਨਾ ਇੱਕ ਹਵਾ ਦੇ ਵਿੱਚ ਵੀ ਖੁਸ਼ਬੂ ਹੈ। ਬਾਹਰ ਜਾਓ ਉਸੇ ਤਰ੍ਹਾਂ ਦੀ ਖੁਸ਼ਬੂ ਆਈ ਜਾਂਦੀ ਹੈ, ਜਿਵੇਂ ਇਸ ਤਰ੍ਹਾਂ ਆਪਣੇ ਆਕਸੀਜਨ ਹੈ ਨਾ, ਉਸੇ ਤਰ੍ਹਾਂ ਹੀ ਇੱਕ ਇਹਨਾਂ ਦੀ ਆਕਸੀਜਨ ਦੇ ਵਿੱਚ ਵੀ ਖੁਸ਼ਬੂ ਹੈ। ਉਹੀ ਜਿੱਧਰ ਜਾਓ ਉਹੀ ਤੁਹਾਨੂੰ ਇੱਕੋ ਹੀ ਸਮੈਲ ਫੀਲ ਕਰਨ ਨੂੰ ਮਿਲਦੀ ਹੈ। ਉਹ ਦੇਖੋ ਗੇਟ ਆਪਣੇ ਆਪ ਬੰਦ ਹੋ ਰਿਹਾ। ਵਾਓ, ਬੜੀਆਂ ਨਵੀਆਂ ਚੀਜ਼ਾਂ ਨੇ ਸਿੱਖਣ ਵਾਸਤੇ ਇੱਥੇ। ਆ ਟਰਾਮ ਆ ਗਈ ਆ, ਨਾਲ ਦੀ ਨਾਲ ਬੰਦ ਹੋ ਗਿਆ। ਇੱਕ ਪੰਗਾ ਪਤਾ ਕੀ ਹੈ, ਕੋਲ ਇੱਥੇ ਸਟੋਰ ਹੁੰਦੇ ਨੇ ਨਾ, ਭਾਸ਼ਾ ਆਪਣੀ ਲਿਖੀ ਹੋਈ ਹੈ, ਕੋਈ ਇੰਗਲਿਸ਼ ਦੇ ਵਿੱਚ ਨਹੀਂ ਲਿਖਿਆ। ਸਾਡੇ ਮਰ ਚੱਲੇ ਨੇ ਇੰਗਲਿਸ਼ ਨੂੰ ਪ੍ਰਮੋਟ ਕਰਦੇ, ਇਹਨਾਂ ਆਪਣੇ ਦੇਸ਼ਾਂ ਦੀ ਭਾਸ਼ਾ ਪ੍ਰਮੋਟ ਕਰਦੇ ਨੇ। ਵਾਰ ਤੇ ਮੱਥਾ ਨਹੀਂ ਆਉਂਦਾ ਸਮਝ, ਅਸੀਂ ਕੀ ਕਰੀਏ ਕਿ ਦੁਬਾਰਾ ਫਿਰ ਪਹੁੰਚ ਗਏ ਆਪਾਂ 에ਅਰਪੋਰਟ। ਇੱਥੇ ਦੇਖੀ ਕੋਈ ਇਲੈਕਟ੍ਰੋਨਿਕ ਸਟੋਰ ਜਿੱਥੋਂ ਖਰੀਦੀ ਆਪਾਂ ਕੋਈ USB ਅਡਾਪਟਰ। ਇਹ ਆ ਸਵਿਟਜ਼ਰਲੈਂਡ ਦਾ 에ਅਰਪੋਰਟ। ਖੂਬਸੂਰਤੀ ਦੀਆਂ ਤੇ ਹੱਦਾਂ ਹੀ ਮੁੱਕੀਆਂ ਪਈਆਂ ਨੇ। ਬਾਹਰ ਧੁੱਪ 'ਚ ਰੰਗ ਕਾਲੇ ਲੱਗਦੇ ਨੇ, ਇੱਥੇ ਆ ਕੇ ਰੰਗ ਵੀ ਬੜਾ ਸਾਫ਼ ਦਿਖਾਉਂਦਾ ਫੋਨ ਤੁਹਾਡਾ। Meine Kollegin, das hat der letzte Fachbau gemacht. Ja. ਜੌਂ ਬੀਜੇ ਹੋਏ ਨੇ, ਜੌਂ ਦਾ ਟਰੇ ਹੈ, ਔਰ ਇੱਕ ਟਰੇ ਹੈ ਛੋਟਾ ਜਿਹਾ। ਇਸ ਦਾ ਰੇਟ ਹੈ 3 ਫਰੈਂਕ, ਯਾਨੀ ਕਿ 250 ਰੁਪਏ ਦਾ ਜੌਂ ਦਾ ਇੱਕ ਡੱਬਾ। ਨਾ ਮੀਗਰੋਸ ਮਾਲ, ਇਹਨਾਂ ਦੇ ਕਾਫੀ ਵੱਡੇ ਸਟੋਰ ਨੇ ਸਵਿਟਜ਼ਰਲੈਂਡ ਦੇ ਵਿੱਚ। ਇੱਥੇ ਟਾਈਮ ਹੋਇਆ ਜੇ 7 ਤੇ ਇੰਡੀਆ ਹੋ ਗਏ ਨੇ 11:30। ਇਹਨਾਂ ਨੂੰ ਨੀਂਦ ਆ ਰਹੀ ਹੈ, ਅੱਖਾਂ ਬਹੁਤ ਦਰਦ ਕਰ ਰਹੀਆਂ, ਕਿਉਂਕਿ ਉਹ ਆਦਤ ਇੰਡੀਆ ਵਾਲੀ ਹੈ ਨਾ, ਉਹਦੇ ਚੱਕਰ 'ਚ ਨੀਂਦ ਆਈ ਜਾਂਦੀ ਹੈ। ਵੈਸੇ ਇੱਥੇ ਤਾਂ ਟਾਈਮ 7 ਦਾ ਹੋਇਆ। ਗੁੱਡ ਮਾਰਨਿੰਗ ਸਰ। Room number, please. 247. Thank you. Okay.